ਰਾਜਸਥਾਨ ਬੋਰਡ ਜਮਾਤ 10ਵੀਂ ਦੀ ਤਿਆਰੀ ਕਰ ਰਹੇ ਸਾਰੇ ਹੀ ਵਿਦਿਆਰਥੀਆਂ ਨੂੰ ਬਲਕਰਨ ਸਿੰਘ ਸਹੋਤਾ ਪੰਜਾਬੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 5 MLD ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬੱਚਿਓ, ਆਪਾਂ ਪੜ੍ਹ ਰਹੇ ਸੀ ਸਾਹਿਤ ਸੁਗੰਧੀਆਂ ਪੁਸਤਕ ਵਿੱਚ ਦਰਜ ਨਿਬੰਧ। ਇਹਨਾਂ ਵਿੱਚੋਂ ਅੱਜ ਆਪਾਂ ਪੜ੍ਹਾਂਗੇ ਰਾਜਸਥਾਨ ਦੇ ਪ੍ਰਸਿੱਧ ਕਿਲੇ। ਰਾਜਸਥਾਨ ਦੇ ਪ੍ਰਸਿੱਧ ਕਿਲਿਆਂ ਵਿੱਚੋਂ ਬਣਦੇ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ, ਰਾਜਸਥਾਨ ਦੇ ਪ੍ਰਸਿੱਧ ਕਿਲੇ ਨਿਬੰਧ ਦੇ ਨਿਬੰਧਕਾਰ ਕੌਣ ਹੈ? ਉੱਤਰ ਹੋਵੇਗਾ ਬਲਜਿੰਦਰ ਸਿੰਘ ਭੁੱਲਰ। ਅਗਲਾ ਪ੍ਰਸ਼ਨ, ਬਲਜਿੰਦਰ ਸਿੰਘ ਭੁੱਲਰ ਦਾ ਜਨਮ ਕਦੋਂ ਕਿੱਥੇ ਹੋਇਆ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਵੀ ਦੱਸੋ। ਉੱਤਰ ਹੋਵੇਗਾ 21 ਮਾਰਚ 1962 ਈਸਵੀ ਨੂੰ ਪਿੰਡ ਕੰਧਵਾਲਾ ਹਾਜ਼ਰ ਖਾਂ ਫਾਜ਼ਿਲਕਾ ਵਿੱਚ ਮਾਤਾ ਬਸੰਤ ਕੌਰ ਅਤੇ ਪਿਤਾ ਜਰਨੈਲ ਸਿੰਘ ਦੇ ਘਰ ਹੋਇਆ। ਅਗਲਾ ਪ੍ਰਸ਼ਨ ਆਪ ਜੀ ਦੇ ਲਈ, ਸਾਹਿਤ ਸੁਗੰਧੀਆਂ ਪੁਸਤਕ ਦੇ ਕਿਸ ਲੇਖਕ ਨੇ ਫਿਲਮ ਪੁੱਤ ਜੱਟਾਂ ਦੇ ਵਿੱਚ ਬਤੌਰ ਭੰਗੜਾ ਕਲਾਕਾਰ ਹਿੱਸਾ ਲਿਆ? ਉੱਤਰ ਹੋਵੇਗਾ ਬਲਜਿੰਦਰ ਸਿੰਘ ਭੁੱਲਰ। ਅਗਲਾ ਪ੍ਰਸ਼ਨ, ਰਾਜਸਥਾਨ ਨੂੰ ਕਿਲਿਆਂ ਦੀ ਧਰਤੀ ਕਿਉਂ ਕਿਹਾ ਜਾਂਦਾ ਹੈ? ਉੱਤਰ ਹੋਵੇਗਾ ਰਾਜਸਥਾਨ ਵਿੱਚ ਕਿਲਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੋਣ ਕਰਕੇ ਇਸ ਨੂੰ ਕਿਲਿਆਂ ਦੀ ਧਰਤੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਚਿਤੌੜਗੜ੍ਹ ਦੇ ਕਿਲੇ ਦਾ ਨਿਰਮਾਣ ਕਦੋਂ ਅਤੇ ਕਿਸਨੇ ਕਰਵਾਇਆ? ਉੱਤਰ ਹੋਵੇਗਾ 7ਵੀਂ ਸਦੀ ਦੇ ਆਸੇ-ਪਾਸੇ ਮੌਰਿਆ ਵੰਸ਼ ਦੇ ਰਾਜੇ ਚਿਤਰਾਂਗਦ ਮੌਰਿਆ ਨੇ ਕਰਵਾਇਆ। ਅਗਲਾ ਪ੍ਰਸ਼ਨ, ਸਾਕਾ ਕਿਸ ਨੂੰ ਕਹਿੰਦੇ ਹਨ? ਉੱਤਰ ਹੈ, ਜਦੋਂ ਯੋਧੇ ਕੇਸਰੀ ਵਸਤਰ ਪਹਿਨ ਕੇ ਤਿਆਰ ਹੋ ਜਾਂਦੇ ਸਨ ਤਾਂ ਉਹਨਾਂ ਦੀਆਂ ਇਸਤਰੀਆਂ ਉਹਨਾਂ ਨੂੰ ਸਗਨਾਂ ਨਾਲ ਯੁੱਧ ਦੇ ਮੈਦਾਨ ਵਿੱਚ ਅਣਖ ਖਾਤਰ ਲੜ ਕੇ ਜਾਨ ਵਾਰਨ ਲਈ ਭੇਜਦੀਆਂ ਸਨ। ਇਸ ਨੂੰ ਕੇਸਰੀਆ ਕਿਹਾ ਜਾਂਦਾ ਸੀ। ਅਤੇ ਫਿਰ ਉਹ ਔਰਤਾਂ ਅਰਥਾਤ ਰਾਣੀਆਂ ਆਪ ਅੱਗ ਵਿੱਚ ਜਿਉਂਦੀਆਂ ਜ਼ਿੰਦਗੀ ਖਤਮ ਕਰ ਲੈਂਦੀਆਂ ਸਨ। ਇਸ ਨੂੰ ਜੋਹਰ ਕਿਹਾ ਜਾਂਦਾ ਸੀ ਅਤੇ ਇਹੀ ਕੇਸਰੀਆ ਅਤੇ ਜੋਹਰ ਮਿਲ ਕੇ ਸਾਕਾ ਅਖਵਾਉਂਦੇ ਸਨ। ਬੱਚਿਓ, ਅਗਲਾ ਪ੍ਰਸ਼ਨ, ਚਿਤੌੜ ਦੇ ਕਿਲੇ ਵਿੱਚ ਕਿੰਨੇ ਸਾਕੇ ਹੋਏ ਅਤੇ ਕਦੋਂ ਕਦੋਂ ਹੋਏ? ਉੱਤਰ ਹੋਵੇਗਾ ਚਿਤੌੜ ਦੇ ਕਿਲੇ ਵਿੱਚ 3 ਸਾਕੇ ਹੋਏ। ਪਹਿਲਾ ਸਾਕਾ 1303 ਈਸਵੀ ਵਿੱਚ ਸੁਲਤਾਨ ਅਲਾਉਦੀਨ ਖਿਲਜੀ ਦੇ ਹਮਲੇ ਸਮੇਂ, ਦੂਜਾ ਸਾਕਾ 1534 ਈਸਵੀ ਵਿੱਚ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੇ ਹਮਲੇ ਸਮੇਂ ਅਤੇ ਤੀਜਾ ਸਾਕਾ ਬੱਚਿਓ 1567 ਈਸਵੀ ਵਿੱਚ ਮੁਗਲ ਬਾਦਸ਼ਾਹ ਅਕਬਰ ਦੇ ਹਮਲੇ ਸਮੇਂ ਹੋਇਆ। ਅਗਲਾ ਪ੍ਰਸ਼ਨ ਆਪ ਜੀ ਦੇ ਲਈ, ਚਿਤੌੜ ਕਿਲੇ ਦਾ ਸਭ ਤੋਂ ਵੱਧ ਆਕਰਸ਼ਣ ਕੀ ਹੈ? ਉੱਤਰ ਹੋਵੇਗਾ ਰਾਣੀ ਪਦਮਣੀ ਦਾ ਮਹਿਲ। ਅਗਲਾ ਪ੍ਰਸ਼ਨ ਹੈ, ਗੜ੍ਹ ਤੋਂ ਅੱਗੇ ਖਾਲਿਸਤਾਨ ਛੱਡਿਆ ਹੈ, ਗੜ੍ਹ ਔਰ ਸਭ ਗੜਈਆ ਹੈ, ਇਹ ਰਾਜਸਥਾਨ ਦੇ ਕਿਸ ਕਿਲੇ ਲਈ ਕਿਹਾ ਗਿਆ ਹੈ? ਉੱਤਰ ਹੋਵੇਗਾ ਚਿਤੌੜ। ਚਿਤੌੜ ਦੇ ਲਈ ਕਿਸੇ ਕਵੀ ਨੇ ਕਿਹਾ ਹੈ, ਗੜ੍ਹ ਤੋਂ ਚਿਤੌੜਗੜ੍ਹ ਔਰ ਸਭ ਗੜਈਆ ਹੈ। ਤਾਂ ਬੱਚਿਓ, ਅਗਲਾ ਪ੍ਰਸ਼ਨ ਆਪ ਜੀ ਦੇ ਲਈ, ਰਾਜਸਥਾਨ ਵਿੱਚ ਭੱਟੀ ਰਾਜਪੂਤਾਂ ਦਾ ਸਭ ਤੋਂ ਵੱਡਾ ਕਿਲਾ ਕਿਹੜਾ ਹੈ? ਉੱਤਰ ਹੋਵੇਗਾ ਜੈਸਲਮੇਰ ਦਾ ਕਿਲਾ। ਅਗਲਾ ਪ੍ਰਸ਼ਨ ਬੱਚਿਓ ਆਪ ਦੇ ਲਈ, ਜੈਸਲਮੇਰ ਦੇ ਕਿਲੇ ਦਾ ਨਿਰਮਾਣ ਕਦੋਂ ਅਤੇ ਕਿਸ ਨੇ ਕਰਵਾਇਆ? ਉੱਤਰ ਹੈ ਰਾਵ ਜੈਸਲ ਨੇ 1155 ਈਸਵੀ ਵਿੱਚ। ਅਗਲਾ ਪ੍ਰਸ਼ਨ, ਰੰਗ ਮਹਿਲ, ਰਾਜ ਵਿਲਾਸ ਅਤੇ ਮੋਤੀ ਮਹਿਲ ਕਿਹੜੇ ਕਿਲੇ ਦੇ ਮਹਿਲ ਹਨ? ਉੱਤਰ ਹੋਵੇਗਾ ਜੈਸਲਮੇਰ ਕਿਲੇ ਦੇ। ਬੱਚਿਓ, ਅਗਲਾ ਪ੍ਰਸ਼ਨ, ਪ੍ਰਸਿੱਧ ਹਿੰਦੀ ਫਿਲਮ ਡਾਇਰੈਕਟਰ ਸੱਤਿਆਜੀਤ ਰੇ ਨੇ ਕਿਹੜੇ ਕਿਲੇ 'ਤੇ ਫਿਲਮ ਬਣਾਈ ਅਤੇ ਉਸ ਦਾ ਕੀ ਨਾਮ ਰੱਖਿਆ? ਉੱਤਰ ਹੋਵੇਗਾ ਜੈਸਲਮੇਰ ਕਿਲੇ 'ਤੇ ਫਿਲਮ ਬਣਾਈ ਸੀ ਅਤੇ ਫਿਲਮ ਦਾ ਨਾਂ ਸੀ ਸੁਨਾਰ ਕਿਲਾ। ਅਗਲਾ ਪ੍ਰਸ਼ਨ, ਕਿਹੜੇ ਕਿਲੇ 'ਤੇ ਆਦੀਵਾਸੀ ਮੀਣਿਆਂ ਦਾ ਅਧਿਕਾਰ ਸੀ? ਉੱਤਰ ਹੋਵੇਗਾ ਆਮੇਰ ਦੇ ਕਿਲੇ 'ਤੇ। ਅਗਲਾ ਪ੍ਰਸ਼ਨ, ਆਮੇਰ ਦਾ ਕਿਲਾ ਮੀਣਿਆਂ ਤੋਂ ਕਿਸ ਨੇ ਖੋਇਆ? ਉੱਤਰ ਹੋਵੇਗਾ ਕੁਸ਼ਵਾਹਾ ਰਾਜਪੂਤਾਂ ਨੇ। ਬੱਚਿਓ, ਕੁਸ਼ਵਾਹਾ ਰਾਜਪੂਤ ਉਹ ਸੀ ਜਿਹੜੇ ਕਿ ਰਾਮਚੰਦਰ ਜੀ ਦੇ ਵੰਸ਼ਜ ਲਵ ਅਤੇ ਕੁਸ਼ ਉਹਨਾਂ ਦੇ ਬੱਚੇ, ਉਹਨਾਂ ਵਿੱਚੋਂ ਕੁਸ਼ ਦੇ ਜਿਹੜੇ ਵੰਸ਼ਜ ਸੀ ਉਹਨਾਂ ਨੂੰ ਕੁਸ਼ਵਾਹਾ ਕਿਹਾ ਗਿਆ। ਉਹਨਾਂ ਨੇ ਆਮੇਰ ਦਾ ਕਿਲਾ ਮੀਣਿਆਂ ਤੋਂ ਖੋਇਆ ਸੀਗਾ। ਅਗਲਾ ਪ੍ਰਸ਼ਨ ਬੱਚਿਓ, ਜੈਗੜ੍ਹ ਕਿਲੇ ਦਾ ਨਿਰਮਾਣ ਕਿਸ ਨੇ ਕਰਵਾਇਆ? ਉੱਤਰ ਹੋਵੇਗਾ ਰਾਜਾ ਜੈ ਸਿੰਘ ਨੇ। ਅਗਲਾ ਪ੍ਰਸ਼ਨ, ਸ਼ਿਲਾ ਦੇਵੀ ਮੰਦਰ ਅਤੇ ਕਾਲੀ ਮੰਦਰ ਕਿਸ ਕਿਲੇ ਦੇ ਵਿੱਚ ਹਨ? ਉੱਤਰ ਹੋਵੇਗਾ ਆਮੇਰ ਕਿਲੇ ਦੇ ਵਿੱਚ। ਅਗਲਾ ਪ੍ਰਸ਼ਨ ਬੱਚਿਓ,
ਗਾਗਰੋਨ ਦਾ ਕਿਲਾ ਕਿਹੜੀ ਨਦੀਆਂ ਦੇ ਸੰਗਮ ਸਥਾਨ ਤੇ ਬਣਿਆ ਹੋਇਆ ਹੈ? ਬੱਚਿਓ ਇਹ ਹੈ ਕਾਲੀ ਸਿੰਧ ਅਤੇ ਆਹੂ ਨਦੀਆਂ ਦੇ ਸੰਗਮ ਸਥਾਨ ਤੇ ਬਣਿਆ ਹੋਇਆ ਹੈ। ਅਗਲਾ ਪ੍ਰਸ਼ਨ ਹੈ ਗਾਗਰੋਨ ਦਾ ਪੁਰਾਣਾ ਨਾਂ ਕੀ ਸੀ ਅਤੇ ਕਿਉਂ ਸੀ? ਉੱਤਰ ਹੋਵੇਗਾ ਗਾਗਰੋਨ ਦਾ ਪੁਰਾਣਾ ਨਾਂ ਡੋਡਗढ़ ਸੀ, ਕਿਉਂਕਿ ਇਸ ਨੂੰ ਡੋਡ ਰਾਜਪੂਤਾਂ ਨੇ ਬਣਵਾਇਆ ਸੀ। ਅਗਲਾ ਪ੍ਰਸ਼ਨ ਕਿਹੜੇ ਕਿਲੇ ਨੂੰ ਜਲ ਕਿਲਾ ਕਿਹਾ ਜਾਂਦਾ ਹੈ ਅਤੇ ਕਿਉਂ? ਬੱਚਿਓ ਗਾਗਰੋਨ ਦੇ ਕਿਲੇ ਨੂੰ ਕਿਉਂਕਿ ਇਹ 3 ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ, ਇਸ ਲਈ ਇਸ ਨੂੰ ਜਲ ਕਿਲਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਗਾਗਰੋਨ ਦੇ ਖਾਲਿਸਤਾਨ ਸਾਰੇ ਰਾਜਸਥਾਨ ਵਿੱਚ ਪ੍ਰਸਿੱਧ ਹਨ, ਖਾਲੀ ਥਾਂ ਭਰੋ। ਤਾਂ ਬੱਚਿਓ ਇਹ ਹੈ ਤੋਤੇ। ਗਾਗਰੋਨ ਦੇ ਜਿਹੜੇ ਤੋਤੇ ਹੈ ਉਹ ਸਾਰੇ ਰਾਜਸਥਾਨ ਵਿੱਚ ਪ੍ਰਸਿੱਧ ਹਨ। ਅਗਲਾ ਪ੍ਰਸ਼ਨ ਬੱਚਿਓ ਆਪ ਜੀ ਦੇ ਲਈ ਗਾਗਰੋਨ ਦਾ ਕਿਲਾ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? ਤਾਂ ਤੁਹਾਨੂੰ ਦੱਸਣਾ ਹੋਊਗਾ ਇਹ ਹੈ ਝਾਲਾਵਾੜ ਜ਼ਿਲ੍ਹੇ ਵਿੱਚ। ਅਗਲਾ ਪ੍ਰਸ਼ਨ ਹੈ ਬੱਚਿਓ ਅਮੇਰ ਦਾ ਕਿਲਾ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? ਤਾਂ ਤੁਹਾਨੂੰ ਦੱਸਣਾ ਹੋਊਗਾ ਉੱਤਰ ਜੈਪੁਰ 'ਚ ਹੈ। ਅਗਲਾ ਪ੍ਰਸ਼ਨ ਜੂਨਾਗੜ੍ਹ ਦਾ ਕਿਲਾ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? ਤਾਂ ਤੁਹਾਡਾ ਉੱਤਰ ਹੋਣਾ ਚਾਹੀਦਾ ਹੈ ਬੀਕਾਨੇਰ ਸ਼ਹਿਰ ਵਿੱਚ ਕੋਟ ਗੇਟ ਦੇ ਨੇੜੇ। ਅਗਲਾ ਪ੍ਰਸ਼ਨ ਬੱਚਿਓ ਜੂਨਾਗੜ੍ਹ ਕਿਲੇ ਦਾ ਨਿਰਮਾਣ ਕਿਸ ਰਾਜੇ ਨੇ ਸ਼ੁਰੂ ਕਰਵਾਇਆ? ਤਾਂ ਇਹ ਜਿਹੜਾ ਜੂਨਾਗੜ੍ਹ ਕਿਲੇ ਦਾ ਨਿਰਮਾਣ ਸੀ ਬੱਚਿਓ ਇਹ ਰਾਜਾ ਰਾਏ ਸਿੰਘ ਨੇ ਸ਼ੁਰੂ ਕਰਵਾਇਆ ਸੀਗਾ। ਅਗਲਾ ਪ੍ਰਸ਼ਨ ਬੱਚਿਓ ਕਿਹੜੇ ਕਿਲੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦੇ ਮੰਦਿਰ ਬਣੇ ਹੋਏ ਹਨ? ਤਾਂ ਇਸ ਦਾ ਉੱਤਰ ਹੋਏਗਾ ਬੱਚਿਓ ਜੂਨਾਗੜ੍ਹ ਕਿਲੇ ਦੇ ਵਿੱਚ। ਅਗਲਾ ਪ੍ਰਸ਼ਨ ਹੈ ਕਿਹੜੇ ਕਿਲੇ ਤੱਕ ਪਹੁੰਚਣ ਲਈ ਸੱਪ ਦੇ ਆਕਾਰ ਵਰਗੇ ਔਖੇ ਅਤੇ ਛੋਟੇ ਰਸਤੇ ਵਿੱਚੋਂ ਗੁਜ਼ਰਨਾ ਪੈਂਦਾ ਹੈ? ਉੱਤਰ ਹੋਵੇਗਾ ਰਣਥੰਭੌਰ ਦਾ ਕਿਲਾ। ਅਗਲਾ ਪ੍ਰਸ਼ਨ ਹੈ ਰਣਥੰਭੌਰ ਦਾ ਕਿਲਾ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ? ਤਾਂ ਤੁਹਾਨੂੰ ਉੱਤਰ ਦੇਣਾ ਹੋਗਾ ਸਵਾਈ ਮਾਧੋਪੁਰ ਵਿੱਚ। ਅਗਲਾ ਪ੍ਰਸ਼ਨ ਹੈ ਬੱਚਿਓ ਰਣਥੰਭੌਰ ਕਿਲੇ ਦਾ ਨਿਰਮਾਣ ਕਦੋਂ ਅਤੇ ਕਿਸਨੇ ਕਰਵਾਇਆ? ਉੱਤਰ ਹੋਵੇਗਾ ਅਜਮੇਰ ਦੇ ਚੌਹਾਨ ਸ਼ਾਸਕਾਂ ਨੇ 8ਵੀਂ ਸ਼ਤਾਬਦੀ 'ਚ। ਅਗਲਾ ਪ੍ਰਸ਼ਨ ਰਣਥੰਭੌਰ ਦੇ ਕਿਲੇ ਵਿੱਚ ਕਿੰਨੇ ਤਲਾਬ ਹਨ? ਤਾਂ ਇਸ ਦਾ ਉੱਤਰ ਹੋਏਗਾ ਸਹੀ 5 ਤਲਾਬ। ਅਗਲਾ ਪ੍ਰਸ਼ਨ ਰਣਥੰਭੌਰ ਦਾ ਅਸਲ ਨਾਮ ਕੀ ਹੈ ਅਤੇ ਇਹ ਨਾਮ ਕਿਉਂ ਪਿਆ? ਉੱਤਰ ਹੋਏਗਾ ਰਣਥੰਭੌਰ ਦਾ ਅਸਲ ਨਾਮ ਰੰਤਪੁਰ ਹੈ, ਜਿਸ ਦਾ ਅਰਥ ਹੈ ਉਹ ਨਗਰ ਜਿਹੜਾ ਰਣ ਭਾਵ ਯੁੱਧ ਦੀ ਘਾਟੀ 'ਚ ਸਥਿਤ ਹੋਵੇ। ਕਿਲੇ ਦਾ ਇਹ ਨਾਂ 2 ਪਹਾੜੀਆਂ ਦੇ ਨਾਵਾਂ ਤੋਂ ਪਿਆ ਹੈ। ਕਿਲੇ ਦੀ ਨੇੜਲੀ ਜਿਹੜੀ ਪਹਾੜੀ ਹੈ ਉਹਦਾ ਨਾਂ ਹੈ ਰਣ ਅਤੇ ਜਿਸ ਪਹਾੜੀ ਉੱਤੇ ਕਿਲਾ ਸਥਿਤ ਹੈ ਉਸ ਦਾ ਨਾਮ ਹੈ ਥੰਬ। ਇਸ ਤਰ੍ਹਾਂ ਇਹਨਾਂ ਪਹਾੜੀਆਂ ਕਰਕੇ ਇਸ ਕਿਲੇ ਦਾ ਨਾਂ ਪੈ ਗਿਆ ਰਣਥੰਭੌਰ। ਅਗਲਾ ਪ੍ਰਸ਼ਨ ਹੈ ਕੁੰਭਲਗੜ੍ਹ ਦਾ ਕਿਲਾ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? ਤਾਂ ਤੁਹਾਡਾ ਉੱਤਰ ਹੋਵੇਗਾ ਰਾਜਸਮੰਦ ਜ਼ਿਲ੍ਹੇ ਵਿੱਚ। ਅਗਲਾ ਪ੍ਰਸ਼ਨ ਬੱਚਿਓ ਕੁੰਭਲਗੜ੍ਹ ਦਾ ਕਿਲਾ ਕਿਸਨੇ ਬਣਵਾਇਆ ਸੀ? ਤਾਂ ਉੱਤਰ ਹੋਵੇਗਾ ਮਹਾਰਾਣਾ ਕੁੰਭਾ ਨੇ। ਅਗਲਾ ਪ੍ਰਸ਼ਨ ਹੈ ਕਿਹੜੇ ਕਿਲੇ ਦੀਆਂ ਕੰਧਾਂ ਤੇ 2-3 ਘੋੜਸਵਾਰ ਬਰਾਬਰ ਚੱਲ ਸਕਦੇ ਹਨ? ਤਾਂ ਆਪ ਜੀ ਦਾ ਉੱਤਰ ਹੋਵੇਗਾ ਕੁੰਭਲਗੜ੍ਹ। ਅਗਲਾ ਪ੍ਰਸ਼ਨ ਹੈ ਟੋਡਾਬਾਰੀ, ਟੁਰਿਆਹੀੜਾ, ਦਾਣੀ ਵੱਟਾ ਇਹ ਨਾਮ ਕਿਸ ਦੇ ਹਨ? ਤਾਂ ਇਹਨਾਂ ਵਿੱਚੋਂ ਆਪਸ਼ਨ ਦਿੱਤੇ ਗਏ ਹੈ ਪਹਾੜੀਆਂ ਦੇ ਨਾਮ ਹੈ ਕਿ ਤਲਾਬਾਂ ਦੇ ਨਾਮ ਹੈ ਕਿ ਕੁੰਭਲਗੜ੍ਹ ਕਿਲੇ ਦੇ ਪ੍ਰਵੇਸ਼ ਦੁਆਰ ਹੈ ਕਿ ਪਸ਼ੂਆਂ ਦੇ ਨਾਮ? ਤਾਂ ਆਪ ਜੀ ਦਾ ਉੱਤਰ ਹੋਏਗਾ ਕੁੰਭਲਗੜ੍ਹ ਕਿਲੇ ਦੇ ਪ੍ਰਵੇਸ਼ ਦੁਆਰਾਂ ਦੇ ਨਾਂ ਹਨ। ਅਗਲਾ ਪ੍ਰਸ਼ਨ ਬੱਚਿਓ ਕਿਹੜੇ ਕਿਲੇ ਵਿੱਚ ਬਹੁਤ ਸਾਰੇ ਜੈਨ ਮੰਦਿਰ ਬਣੇ ਹੋਏ ਹਨ? ਤਾਂ ਆਪ ਜੀ ਦਾ ਉੱਤਰ ਹੋਏਗਾ ਕੁੰਭਲਗੜ੍ਹ ਕਿਲੇ ਵਿੱਚ। ਅਗਲਾ ਪ੍ਰਸ਼ਨ ਤਾਰਾਗੜ੍ਹ ਦਾ ਕਿਲਾ ਕਿਸ ਜ਼ਿਲ੍ਹੇ ਵਿੱਚ ਹੈ? ਤਾਂ ਇਹ ਬੱਚਿਓ ਬੂੰਦੀ ਜ਼ਿਲ੍ਹੇ ਵਿੱਚ ਹੈ। ਇਹ ਤੁਸੀਂ ਇੱਕ ਨੋਟ ਕਰ ਲਓ ਕਿ ਇਹ ਤਾਰਾਗੜ੍ਹ ਦਾ ਕਿਲਾ ਜਿਹੜਾ ਹੈ ਅਜਮੇਰ ਵਿੱਚ ਵੀ ਹੈ, ਪਰ ਆਪਾਂ ਨੂੰ ਇਸ ਦਾ ਉੱਤਰ ਨਿਸ਼ਚਿਤ ਰੂਪ ਨਾਲ ਬੂੰਦੀ ਹੀ ਲਿਖਣਾ ਹੈ। ਅਗਲਾ ਪ੍ਰਸ਼ਨ ਹੋਏਗਾ ਬੂੰਦੀ ਨਗਰ ਦੇ 2 ਪਹਾੜਾਂ ਦੀ ਟੀਸੀ ਉੱਤੇ ਕੀ ਬਣਿਆ ਹੋਇਆ ਹੈ? ਤਾਂ ਉੱਤਰ ਹੋਵੇਗਾ ਇੱਕ ਪਹਾੜ ਦੀ ਟੀਸੀ ਉੱਤੇ ਤਾਰਾਗੜ੍ਹ ਕਿਲਾ ਅਤੇ ਦੂਜੇ ਪਹਾੜ ਦੀ ਟੀਸੀ ਉੱਤੇ ਰਾਜ ਨਿਵਾਸ ਬਣਿਆ ਹੋਇਆ ਹੈ। ਅਗਲਾ ਪ੍ਰਸ਼ਨ ਹੈ ਤਾਰਾਗੜ੍ਹ ਕਿਲੇ ਦਾ ਨਿਰਮਾਣ ਕਿਸਨੇ ਅਤੇ ਕਦੋਂ ਕਰਵਾਇਆ? ਤਾਂ ਉੱਤਰ ਹੋਏਗਾ ਰਾਜਾ ਨਰ ਸਿੰਘ ਨੇ 1354 ਈਸਵੀ ਵਿੱਚ ਕਰਵਾਇਆ ਸੀ ਬੱਚਿਓ। ਅਗਲਾ ਪ੍ਰਸ਼ਨ ਹੈ ਰੰਗੀਨ ਕੱਚ ਦੀ ਮੀਨਾਕਾਰੀ ਅਤੇ ਭਿੱਤੀ ਚਿੱਤਰ ਕਿਹੜੇ ਕਿਲੇ ਦੀ ਮੁੱਖ ਵਿਸ਼ੇਸ਼ਤਾ ਹੈ? ਇਹ ਹੈ ਬੱਚਿਓ ਤਾਰਾਗੜ੍ਹ ਦੇ ਕਿਲੇ ਦੀ। ਤਾਰਾਗੜ੍ਹ ਕਿਲਾ ਬੂੰਦੀ ਵਾਲਾ ਹੈ ਨਾ। ਅਗਲਾ ਪ੍ਰਸ਼ਨ ਹੈ ਨਾਹਰਗੜ੍ਹ ਦਾ ਕਿਲਾ ਕਿਹੜੇ ਜ਼ਿਲ੍ਹੇ ਵਿੱਚ ਹੈ? ਤਾਂ ਉੱਤਰ ਹੋਏਗਾ ਨਾਹਰਗੜ੍ਹ ਜੈਪੁਰ। ਅਗਲਾ ਪ੍ਰਸ਼ਨ ਹੈ ਨਾਹਰਗੜ੍ਹ ਕਿਲੇ ਦਾ ਨਿਰਮਾਣ ਕਿਸਨੇ ਅਤੇ ਕਿਉਂ ਕਰਵਾਇਆ? ਇਹ ਸੀ ਬੱਚਿਓ ਦੱਖਣ ਵੱਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਇਸ ਕਿਲੇ ਦਾ ਨਿਰਮਾਣ ਸਵਾਈ ਜੈ ਸਿੰਘ ਨੇ ਕਰਵਾਇਆ ਸੀਗਾ। ਅਗਲਾ ਪ੍ਰਸ਼ਨ ਹੈ ਸੂਰਜ ਪ੍ਰਕਾਸ਼, ਖੁਸ਼ਹਾਲ ਪ੍ਰਕਾਸ਼, ਰਤਨ ਪ੍ਰਕਾਸ਼ ਅਤੇ ਬਸੰਤ ਪ੍ਰਕਾਸ਼ ਕਿੱਥੇ ਹੈ ਅਤੇ ਕਿਉਂ ਪ੍ਰਸਿੱਧ ਹੈ? ਇਹਨਾਂ ਦਾ ਨਿਰਮਾਣ ਕਿਸ ਨੇ ਕਰਵਾਇਆ?
ਬੱਚਿਓ ਇਹ ਸਾਰੇ ਭਵਨ ਨਾਹਰਗੜ੍ਹ ਕਿਲੇ ਨਾਲ ਹੀ ਬਣੇ ਹੋਏ ਹਨ। ਇਹ ਆਪਣੀ ਸਮਰੂਪਤਾ ਭਾਵ ਇੱਕੋ ਜਿਹਾ ਇਹਨਾਂ ਦਾ ਰੂਪ ਹੈ ਅਤੇ ਚਿੱਤਰਕਾਰੀ ਦੀਆਂ ਬਰੀਕੀਆਂ ਕਰਕੇ ਪ੍ਰਸਿੱਧ ਹੈ। ਇਹਨਾਂ ਦਾ ਨਿਰਮਾਣ ਮਾਧੋ ਸਿੰਘ ਅਤੇ ਰਾਮ ਸਿੰਘ ਨੇ ਕਰਵਾਇਆ ਸੀ। ਅਗਲਾ ਪ੍ਰਸ਼ਨ ਬੱਚਿਓ, ਮਹਿਰਾਨਗੜ੍ਹ ਦਾ ਕਿਲਾ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ? ਤਾਂ ਆਪ ਜੀ ਦਾ ਉੱਤਰ ਹੋਏਗਾ जोधपुर जिले में महरानगढ़ का किला स्थित है। तो अगला प्रश्न, महरानगढ़ के किले का निर्माण किसने करवाया? तो महरानगढ़ के किले का निर्माण करवाया सी राव जोधा जी ने। अगला प्रश्न है, महरानगढ़ का किला किहड़ी पहाड़ी ते बनया होया है? आप जी का उत्तर होएगा चिड़िया टुक पहाड़ी ते। अगला प्रश्न है, जयपोल, लोहापोल और फतेहपोल किहड़े किले के मुख्य दरवाजे हैं? तो बच्चों ये सी महरानगढ़ किले के मुख्य दरवाजे। ऐसी और भी नई वीडियोस देखने के लिए चैनल को सब्सक्राइब करें, वीडियो को लाइक करें और अपने मित्रों के साथ शेयर करें।